ਇਹ ਬਣਾਇਆ ਗਿਆ ਸੀ ਜਦੋਂ ਮੰਨ ਲਓ ਆਪਣੇ ਇਮਰਾਨ ਖਾਨ ਸਾਹਿਬ ਨੇ ਇੱਥੇ ਇਨੋਗ੍ਰੇਸ਼ਨ ਹੋਇਆ ਸੀ 2019 ਦੇ ਵਿੱਚ। ਜਿਹੜੇ ਮੰਨ ਲਓ ਵੀ ਸਿੱਖ ਜਿਨ੍ਹਾਂ ਅੰਮ੍ਰਿਤ ਛਕਿਆ ਹੁੰਦਾ ਆ, ਗੁਰੂ ਮਹਾਰਾਜ ਦਾ ਨਾਮ ਲਿਆ ਹੁੰਦਾ ਆ, ਉਹ ਇਹਨੂੰ ਧਾਰਨ ਕਰਕੇ ਰੱਖਦੇ ਆ। ਸਰਦਾਰ ਜੀ, ਇਹ ਜਿਹੜੀ ਤੁਸੀਂ ਪੱਗ ਬੰਨਦੇ ਹੋ, ਤੁਸੀਂ ਬਾਲ ਨਹੀਂ ਕਟਵਾਉਂਦੇ, ਤਾਂ ਅਗਰ ਤੁਸੀਂ ਮਨਾਸਬ ਸਮਝੋ ਤਾਂ ਇਹਨਾਂ ਬਾਰੇ ਵੀ ਸਾਨੂੰ ਜਾਣਕਾਰੀ ਦੇ ਦਿਓ। ਹੁਣ ਸਾਫ਼ ਸੂਰਤ ਅਸੀਂ ਦਾੜੀ ਕਟਵਾ ਨਹੀਂ ਸਕਦੇ, ਡਾਈ ਨਹੀਂ ਕਰ ਸਕਦੇ ਇਹਨੂੰ ਜੀ। ਇਹ ਸਿੱਖ ਮਜ਼ਹਬ ਦੇ ਵਿੱਚ ਫਿਰਕੇ ਵੀ ਹੈ ਜੀ? ਫਿਰ ਕੀ ਮਤਲਬ ਜੀ? ਜਿਸ ਤਰ੍ਹਾਂ ਸਾਡੇ ਮੁਸਲਮਾਨਾਂ ਦੇ ਵਿੱਚ ਹੁੰਦੇ ਨੇ, ਕੋਈ ਸੁੰਨੀ ਹੈ, ਕੋਈ ਸ਼ੀਆ ਹੈ। ਹਿੰਦੀ ਜਾਣਦੇ ਆ, ਸਾਨੂੰ ਉਰਦੂ ਨਹੀਂ ਆਉਂਦੀ ਹੈਗੀ। ਅਸੀਂ ਉਹ ਦੱਸਦੇ ਹੁੰਦੇ ਸੀ, ਮੇਰੇ ਦਾਦਾ ਜੀ, ਮੇਰੇ ਡੈਡੀ ਹੁਣ ਦੱਸਦੇ ਵੀ ਪਾਕਿਸਤਾਨ 'ਚ 1947 'ਚ ਹੱਲੇ ਪਏ ਨੇ, ਸਾਡੇ ਹੱਲੇ ਕਹਿੰਦੇ ਨੇ जी। अस्सलाम वालेकुम, आप डेली स्टोरीज ऑफ पाकिस्तान देख रहे हैं। मैं तलहा सुलहरी हूँ। नाजरीन, इस वक्त हम करतारपुर साहब की सरजमीन पर मौजूद हैं और गुरदीप सिंह साहब हमारे साथ मौजूद हैं। इनसे जानते हैं कि सिखिज़म जो है वो क्या है। सरदार जी, सब तो पहला तो बहुत बहुत वैलकम ਤੁਹਾਨੂੰ ਕਿ ਤੁਸੀਂ ਪਾਕਿਸਤਾਨ ਤਸ਼ਰੀਫ ਲਾਏ ਔਰ ਤੁਸੀਂ ਮੱਥਾ ਟੇਕਿਆ ਇੱਥੇ ਬਾਬਾ ਜੀ ਦੇ ਆ ਕੇ। ਤੇ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜਾ ਸਿੱਖ ਮਜ਼ਹਬ ਹੈ, ਇਹਦੀ ਤਾਰੀਖ ਕੀ ਹੈ ਤੇ ਇਹਦੇ ਬਾਰੇ ਅਸੀਂ ਜਾਣਕਾਰੀ ਚਾਹੁੰਦੇ ਹਾਂ ਜੀ। ਇੱਕ ਜੋ ਸਿੱਖ ਮਜ਼ਹਬ ਆ, ਇੱਕ ਵਿਲੱਖਣ ਮਜ਼ਹਬ ਆ। ਜੇ ਸਿੱਧੇ ਸ਼ਬਦਾਂ ਦੀ ਗੱਲ ਕਹੀਏ, ਇੱਕ ਖਾਲਸਾ ਮਤਲਬ ਪਿਓਰ ਦੇ ਵਿੱਚੋਂ ਇਹ ਬਣਿਆ ਹੋਇਆ ਇੱਕ ਵੱਖ ਕਮਿਊਨਿਟੀ ਹੈ ਇਹ ਜੀ। ਅਤੇ ਇਹਦੀ ਜਿਹੜੀ ਦੇਖਾ ਹੁਣ 1000 ਬੰਦਾ ਤੁਸੀਂ ਜੇ ਦੇਖ ਲਿਓ, ਕਲੀਨ ਸ਼ੇਪ ਖੜਾ ਦਿਓ ਅਤੇ ਉਹ ਖੜਾ ਦਿਓ, ਇੱਕ ਸਰਦਾਰ ਖੜਾ ਹੋਵੇ ਤਾਂ 1000 ਤੋਂ ਪਤਾ ਲੱਗ ਜਾਂਦਾ। ਇਹੀ ਇਹਦੀ ਵਿਲੱਖਣਤਾ, ਇਹੀ ਇਹਦੀ ਖਾਸੀਅਤ ਆ। ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਤੋਂ ਮਹਾਰਾਜ ਤੋਂ ਲੈ ਕੇ ਜਿਨ੍ਹਾਂ ਦੀ ਅੱਜ ਪਾਵਨ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਅਸੀਂ ਆਏ ਹਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ, ਅਤੇ ਜਾਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜੋ ਸਾਡੇ 'ਤੇ ਅਪਾਰ ਬਖਸ਼ਿਸ਼ ਕੀਤੀ ਆ, ਅਤੇ ਅੱਜ ਤੱਕ ਇਹ 'ਤੇ ਜੁਗਾਂ ਜੁਗਾਂਤਰਾਂ ਤੋਂ ਚੱਲਦਾ ਆ ਰਿਹਾ ਜੀ। ਇਹ ਸਾਡਾ ਸਿੱਖ ਮਜ਼ਹਬ ਆ ਜਿਹੜਾ, ਅਤੇ ਇਹੀ ਇਹਦੀ ਵਿਲੱਖਣਤਾ, ਇਹੀ ਇਹਦੀ ਪਹਿਚਾਣ ਆ ਜੀ। ਕਿੰਨੀ ਪੁਰਾਣੀ ਤਾਰੀਖ ਹੈ ਸਿੱਖ ਮਜ਼ਹਬ ਦਾ? ਆਗਾਜ਼ ਕਿਦੋਂ ਹੋਇਆ ਸੀ? ਅਸੀਂ ਜੋ ਸਿੱਖ ਮਜ਼ਹਬ ਦੇ ਵਿੱਚ ਦੇਖਿਆ ਜਾਵੇ, ਅਸੀਂ 1469 ਨੂੰ ਮੇਨ ਰੱਖਦੇ ਹਾਂ ਜੀ। ਅਤੇ ਉਹ ਤੋਂ ਪਹਿਲਾਂ ਦਾ ਚੱਲਦਾ ਇਹ 1300 ਸਮਥਿੰਗ ਤੋਂ ਇਹ ਚੱਲ ਪਿਆ ਸੀਗਾ ਜੀ। ਚੱਲ ਪਿਆ ਸੀ ਧਰਮ ਜੀ। ਹਾਂਜੀ। ਤੇ ਬਾਬਾ ਗੁਰੂ ਨਾਨਕ ਜੋ ਨੇ ਇਹ ਇਸ ਮਜ਼ਹਬ ਦੇ ਮੇਨ ਬਾਨੀ ਨੇ, ਮੇਨ ਹਾਂਜੀ। ਤੇ ਉਸ ਤਰ੍ਹਾਂ ਇਹਨੇ ਕਿੰਨੇ ਬਾਨੀ ਨੇ ਇਸ ਮਜ਼ਹਬ ਦੇ? ਇਹ 10 ਹਿਊਮਨ ਬੋਡੀ ਵਿੱਚ ਆਏ ਸੀਗੇ, 10 ਗੁਰੂ ਸਾਹਿਬਾਨ। ਅਤੇ ਜੋ 11ਵੇਂ ਗੁਰੂ ਸਾਹਿਬਾਨ ਨੇ, ਅਸੀਂ ਸਾਡੇ ਤੋਂ ਉਹ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੀ। ਠੀਕ ਹੈ। ਅਤੇ ਇਸ ਸਿੱਖ ਮਜ਼ਹਬ ਦੇ ਵਿੱਚ ਫਿਰਕੇ ਵੀ ਹੈ ਜੀ? ਫਿਰ ਕੀ ਮਤਲਬ ਜੀ? ਜਿਸ ਤਰ੍ਹਾਂ ਸਾਡੇ ਮੁਸਲਮਾਨਾਂ ਦੇ ਵਿੱਚ ਹੁੰਦੇ ਨੇ, ਕੋਈ ਸੁੰਨੀ ਹੈ, ਕੋਈ ਸ਼ੀਆ ਹੈ, ਕੋਈ ਵਾਬੀ ਹੈ, ਕੋਈ ਦਿਓਬੰਦ। ਨਹੀਂ, ਸਾਡੇ ਸਿੱਖੀਜ਼ਮ ਦੇ ਵਿੱਚ ਕੋਈ ਇੱਦਾਂ ਨਹੀਂ। ਸਾਡੇ ਵਿੱਚ ਦਲ ਹੁੰਦੇ ਨੇ ਜੀ, ਦਲ ਜਿਵੇਂ ਕਿ ਨਾਮ ਵੱਖਰਾ ਜੀ ਹੁੰਦਾ ਸਿੱਖ। ਹਾਂ, ਉਹ ਬੁੱਢਾ ਦਲ, ਬਾਟਾ ਇੱਕ ਹੁੰਦਾ ਜੀ। ਜਿਵੇਂ ਤੁਹਾਡੇ ਜਿਵੇਂ ਮੁਸਲਮਾਨ ਭਰਾ ਇੱਕ ਨੇ, ਸਾਡੇ ਵਿੱਚ ਸਿਰਫ ਦਲ ਹੁੰਦੇ ਨੇ। ਜਿਵੇਂ ਤਰਨਾ ਦਲ ਆ ਗਿਆ, ਬੁੱਢਾ ਦਲ ਆ ਗਿਆ, ਬਾਬਾ ਬਿਧੀ ਚੰਦੀਆ ਦਲ ਆ ਗਿਆ, ਇਹ ਸਾਡੇ ਦਲ ਨੇ। ਦਲ ਦਾ ਮੀਨਸ ਕੀ ਹੁੰਦਾ, ਜਿਹੜੇ ਇੱਕ ਉਹਨਾਂ ਨੂੰ ਰੈਜੀਮੈਂਟ, ਸਿੱਖ ਰੈਜੀਮੈਂਟ ਸਮਝ ਲਓ ਤੁਸੀਂ ਵੀ। ਸਿੱਖ ਰੈਜੀਮੈਂਟ ਨੂੰ ਡਿਵਾਈਡ ਕਰਕੇ ਉਹਨਾਂ ਦੇ ਜਰਨਲ ਜਾਂ ਅਲੱਗ-ਅਲੱਗ ਕੀਤੇ ਗਏ ਸੀਗੇ। ਇਹ ਚੀਜ਼ ਹੁੰਦੀ ਆ, ਕੋਈ ਵੱਖਰਤਾ ਨਹੀਂ। ਸਾਡੇ ਸਾਰਾ ਇੱਕ ਹੀ ਹੈ ਜੀ। ਉਹਨਾਂ ਨੇ ਨਿਹੰਗ ਫੌਜਾਂ ਕਹਿੰਦੇ ਨੇ ਸਾਡੀ ਭਾਸ਼ਾ ਵਿੱਚ। ਤੇ ਜਿਹੜੇ ਤੁਹਾਡੇ ਦਲ ਨੇ, ਇਹ ਕਿੰਨੇ ਨੇ? ਨਹੀਂ, ਤਾਦਾਦ ਕਿੰਨੀ? ਨਹੀਂ, ਮੈਨੂੰ ਐਗਜ਼ੈਕਟਲੀ ਮੈਨੂੰ ਨਹੀਂ ਪਤਾ ਜੀ ਵੀ ਕਿੰਨੇ ਮੇਰੇ ਦਲ ਨੇ ਜੀ, ਕਿਉਂਕਿ ਮੈਂ ਅਜੇ ਰੀਡ ਨਹੀਂ ਕੋਈ ਕੀਤਾ ਜੀ, ਮੈਂ ਦੱਸਾਂ। ਅਤੇ ਇਹ ਚੀਜ਼ਾਂ ਨੇ ਜੀ। ਠੀਕ ਹੋ ਗਿਆ ਜੀ। ਤੇ ਬਾਬਾ ਗੁਰੂ ਨਾਨਕ ਮੇਨ ਨੇ, ਤੇ ਉਸ ਤੋਂ ਇਲਾਵਾ 9 ਗੁਰੂ ਹੋਰ ਨੇ ਤੁਹਾਡੇ? ਹਾਂਜੀ, ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਹੋਏ ਨੇ, ਫਿਰ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ, ਹਰ ਰਾਏ ਜੀ, ਹਰ ਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਤੇ ਅੱਜ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਜੋ ਸ਼ਬਦ ਗੁਰੂ ਨੇ, ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ। ਠੀਕ ਹੈ। ਅਤੇ ਸਰਦਾਰ ਜੀ, ਇਹ ਜਿਹੜੇ ਬਾਕੀ ਗੁਰੂ ਨੇ, ਇਹਨਾਂ ਦੀ ਧਰਤੀ ਕਿੱਥੇ ਹੈ ਆਬਾਦ? ਡਿਫਰੈਂਟ ਇਹਨਾਂ ਦੀਆਂ ਧਰਤੀਆਂ ਨੇ ਜੀ। ਉਹਨਾਂ ਦੀ ਐਗਜ਼ੈਕਟਲੀ ਸਾਨੂੰ ਇਤਿਹਾਸ ਪੜ੍ਹਨਾ ਪੈਣਾ, ਕਿਉਂਕਿ ਸਿੱਖ ਇਤਿਹਾਸ ਕੋਈ ਛੋਟਾ ਇਤਿਹਾਸ ਨਹੀਂ, ਇਹ ਬਹੁਤ ਵੱਡਾ ਇਤਿਹਾਸ ਆ, ਜਿਹਦੇ ਲਈ ਸਾਰੀ ਜ਼ਿੰਦਗੀ ਬੰਦੇ ਨੂੰ ਕੁਰਬਾਨ ਕਰਨੀ ਪੈਂਦੀ ਆ। ਅਤੇ ਇਹਨਾਂ ਲਈ ਸਾਨੂੰ ਡੀਪਲੀ ਪੜ੍ਹਾਈ ਵੀ ਕਰਨੀ ਪਊਗੀ, ਅਤੇ ਜਿੱਥੇ ਸਾਨੂੰ ਨੌਲੇਜ ਜਿਹੜੀ ਚੀਜ਼ ਦੀ, ਉਹ ਅਸੀਂ ਤੁਹਾਨੂੰ ਦੱਸ ਸਕਦੇ ਹਾਂ। ਮੌਜੂਦਾ ਇੰਡੀਅਨ ਪੰਜਾਬ ਦੇ ਵਿੱਚ ਕਿੰਨੇ ਤੁਹਾਡੇ ਗੁਰੂਆਂ ਦਾ ਦਰਬਾਰ ਹੈ? ਆਲਮੋਸਟਲੀ ਉਹ ਸਾਰਿਆਂ ਦਾ ਜੀ ਹੈਗਾ, ਸਾਰਿਆਂ ਦਾ ਜੀ। ਸਾਰੇ ਗੁਰੂਆਂ ਦਾ ਦਰਬਾਰ ਹੈਗਾ। ਗੁਰੂ ਨਾਨਕ ਪਾਤਸ਼ਾਹ ਜੀ ਇੱਥੋਂ ਪਾਕਿਸਤਾਨ ਤੋਂ ਗਏ ਸੀ, ਪਹਿਲਾਂ ਨਨਕਾਣਾ ਸਾਹਿਬ ਜੀ। ਲਾਸਟ ਜਿਹੜਾ ਟਾਈਮ ਪੀਰੀਅਡ ਸੀਗਾ ਉਹ ਇੱਥੇ ਕਰਤਾਰਪੁਰ ਸਾਹਿਬ ਦਾ। ਜ਼ਿੰਦਗੀ ਦੇ ਅਯਾਮ ਇੱਥੇ ਗੁਜ਼ਾਰੇ ਨੇ। ਲਾਸਟ ਟਾਈਮ ਪੀਰੀਅਡ ਆਫ ਲਾਈਫ ਦਾ ਜਿਹੜਾ ਲਾਸਟ ਅਖੀਰਲਾ ਸਮਾਂ ਸੀਗਾ, ਉਹ ਇੱਥੇ ਬਤੀਤ ਕੀਤਾ ਸੀ ਉਹਨਾਂ ਨੇ। ਠੀਕ ਹੋ ਗਿਆ, ਬਿਲਕੁਲ ਜੀ। ਸਰਦਾਰ ਜੀ, ਸਭ ਤੋਂ ਪਹਿਲਾਂ ਤੇ ਤੁਹਾਨੂੰ ਜੀ ਆਇਆਂ ਨੂੰ ਪਾਕਿਸਤਾਨ ਦੇ ਵਿੱਚ। ਤੇ ਜ਼ਾਹਰੀ ਗੱਲ ਹੈ, ਮੈਨੂੰ ਲੱਗਦਾ ਕਿ ਜਿੰਨੇ ਵੀ ਲੋਕਾਂ ਨੂੰ ਹੁਣ ਤੱਕ ਮੈਂ ਪੁੱਛਿਆ, ਸਰਦਾਰ ਜੀ ਹੋਣਾ ਕੋਲ ਦਿਲੋਂ ਵੈਲਕਮ ਕੀਤਾ ਤੁਹਾਨੂੰ ਪਾਕਿਸਤਾਨ ਨੂੰ। ਤੇ ਸਰਦਾਰ ਜੀ, ਇਹ ਪਿੱਛੇ ਜੋ ਸਾਨੂੰ ਨਜ਼ਰ ਆ ਰਿਹਾ ਹੈ ਤਲਵਾਰ ਜੀ, ਇਹਨੂੰ ਕੀ ਕਹਿੰਦੇ ਜੀ? ਇਹਨੂੰ ਪੰਜਾਬੀ 'ਚ ਜਾਂ ਸਿੱਖ ਧਰਮ 'ਚ ਸ੍ਰੀ ਸਾਹਿਬ ਕਹਿ ਦਿੰਦੇ ਆ ਜੀ। ਜੀ। ਸੋ ਇਹ ਬਣਾਇਆ ਗਿਆ ਸੀ ਜਦੋਂ ਮੰਨ ਲਓ ਆਪਣੇ ਇਮਰਾਨ ਖਾਨ ਸਾਹਿਬ ਨੇ ਇੱਥੇ ਇਨੋਗ੍ਰੇਸ਼ਨ ਹੋਇਆ ਸੀ 2019 ਦੇ ਵਿੱਚ। ਜੀ।
ਤੇ ਉਸ ਦਾ ਇਹਦੀ ਮਹਾਨਤਾ ਇਹ ਹੈ ਕਿ ਜਿਵੇਂ ਜਿਹੜੇ ਮੰਨ ਲਓ ਵੀ ਸਿੱਖ ਜਿਹਨਾਂ ਅੰਮ੍ਰਿਤ ਛਕਿਆ ਹੁੰਦਾ ਆ, ਗੁਰੂ ਮਹਾਰਾਜ ਦਾ ਨਾਮ ਲਿਆ ਹੁੰਦਾ ਆ, ਉਹ ਇਹਨੂੰ ਧਾਰਨ ਕਰਕੇ ਰੱਖਦੇ ਆ। ਜੀ ਜੀ। ਤੇ ਇੱਕ ਇਹ ਨਹੀਂ ਵੀ ਇਹ ਗੁਰੂ ਸਾਹਿਬ ਨੇ ਸ਼ਸਤਰ ਬਖਸ਼ਿਆ ਕਿਸੇ ਨੂੰ ਮਾਰਨ ਲਈ ਨਹੀਂ, ਇਹ ਕਿਸੇ ਦੀ ਰੱਖਿਆ ਲਈ ਆ ਜਾਂ ਆਪਣੀ ਰੱਖਿਆ ਲਈ, ਸੈਲਫ ਡਿਫੈਂਸ ਲਈ ਆ। ਮਤਲਬ ਸਿੱਖ ਲਈ ਬਿਨਾਂ ਨਜਾਇਜ਼ ਇਹ ਚੀਜ਼, ਮਤਲਬ ਸ਼੍ਰੀ ਸਾਹਿਬ ਨੇ ਬੰਦਾ ਮਾਰਨਾ, ਜ਼ੁਲਮ ਦੇ ਖਿਲਾਫ। ਹਾਂ, ਜੇ ਸਿੱਖ ਬਿਨਾਂ ਨਜਾਇਜ਼ ਕਿਸੇ ਚੀਜ਼ ਦੇ ਇਸ ਚੀਜ਼ ਨਾਲ ਕੋਈ ਬੰਦਾ ਮਾਰਦਾ ਆ ਤੇ ਉਹ ਬੜਾ ਤਗੜਾ ਪਾਪ ਆ, ਤੋਂ ਉਹਨੂੰ ਪਾਪ ਦੱਸਿਆ ਗਿਆ। ਸੋ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਇਹੋ ਕਿਹਾ ਵੀ ਜਦੋਂ ਸਾਰੇ ਹੀਲੇ ਵਸੀਲੇ ਫੇਲ ਹੋ ਜਾਣ ਫਿਰ ਹਥਿਆਰ ਚੁੱਕਣਾ ਜਾਇਜ਼ ਹੈ। ਜਾਇਜ਼ ਹੋ ਜਾਂਦਾ ਬਿਲਕੁਲ। ਉਸ ਤੋਂ ਪਹਿਲਾਂ ਤੁਸੀਂ ਹਥਿਆਰ ਨਹੀਂ ਚੁੱਕ ਸਕਦੇ। ਇਸ ਤਰ੍ਹਾਂ ਹੀ। ਸੋ ਇਸ ਕਰਕੇ ਸ੍ਰੀ ਸਾਹਿਬ ਬਖਸ਼ਿਆ ਮਜ਼ਲੂਮਾਂ ਦੀ ਰੱਖਿਆ ਲਈ ਜਾਂ ਜ਼ੁਲਮ ਦੇ ਖਿਲਾਫ ਲੜਨ ਵਾਸਤੇ। ਤੇ ਸਰਦਾਰ ਜੀ, ਇਹ ਜਿਹੜੀ ਤੁਸੀਂ ਪੱਗ ਬੰਨਦੇ ਹੋ, ਤੁਸੀਂ ਬਾਲ ਨਹੀਂ ਕਟਵਾਉਂਦੇ, ਤਾਂ ਅਗਰ ਤੁਸੀਂ ਮਨਾਸਬ ਸਮਝੋ ਤੇ ਇਹਨਾਂ ਬਾਰੇ ਵੀ ਸਾਨੂੰ ਜਾਣਕਾਰੀ ਦੇ ਦਿਓ। ਠੀਕ ਹੈ ਜੀ। ਇਹ ਵੇਖੋ ਜੀ, ਜੇ ਤੇ ਇਤਿਹਾਸਕ ਜੇ ਆਪਾਂ ਪਿੱਛੇ ਜਾਈਏ ਇਹਦੇ ਮੇਨ ਜਿਹੜੀ ਮੁੱਢਲੀ ਸਿੱਖ ਦੀ ਪਛਾਣ ਹੈ ਉਹ ਹੈਗੀ ਕੇਸ ਤੇ ਦਾੜਾ। ਚਲੋ ਮੇਰੀ ਤਾਂ ਦਾੜੀ ਕੱਟੀ ਆ ਜੀ ਜੀ, ਪਰ ਜਿਹੜੇ ਵੱਡੀ ਦਾੜੀ ਵੀ ਰੱਖੀ। ਹਾਂਜੀ ਮਤਲਬ ਜਿਹੜੇ ਆਪਣੇ ਪੂਰੇ ਸਿੱਖ ਆ, ਗੁਰੂ ਦੇ ਪੂਰੇ ਸਿੱਖ ਆ, ਉਹ ਜਿਹੜੇ ਆ ਕੇਸ ਨਹੀਂ ਕਟਾਉਂਦੇ, ਨਾ ਹੀ ਕੋਈ ਸਰੀਰ ਦਾ ਰੋਮ ਹੋਰ ਕੱਟਦੇ, ਕਦੇ ਵੀ ਵਾਲ ਨਹੀਂ ਕੱਟਦੇ। ਮਤਲਬ ਇਹ ਕਿ ਜਿਵੇਂ ਰੱਬ ਨੇ ਸਾਨੂੰ ਜਨਮ ਦਿੱਤਾ, ਜੰਮਿਆ ਜਮਾਇਆ ਹੈ, ਉਦਾਂ ਆਪਾਂ ਰਹਿਣ ਦੀਏ। ਆਪਾਂ ਕੈਂਚੀ ਦੀ ਜਾਂ ਉਸਤਰੇ ਦੀ ਵਰਤੋਂ, ਤਬਦੀਲੀ ਨਾ ਲਿਆਈਏ, ਕੈਂਚੀ ਦੀ ਜਾਂ ਉਸਤਰੇ ਦੀ ਵਰਤੋਂ ਨਾ ਕਰੀਏ ਤੇ ਆਪਾਂ ਜਿੱਦਾਂ ਆਪਾਂ ਨੂੰ ਰੱਬ ਨੇ ਜੰਮਿਆ ਆ ਉਦਾਂ ਹੀ ਰਹਿਣ ਦੀਏ ਤੇ ਫਿਰ ਪ੍ਰੋਪਰ ਆਪਾਂ ਪੂਰੇ ਸਿੱਖ ਆ। ਮਤਲਬ ਠੀਕ ਹੈ ਜੀ। ਪੁਰਾਣੇ ਆਪਣੇ ਰਿਸ਼ੀ ਮੁਨੀ ਆ, ਹਿੰਦੂ ਧਰਮ 'ਚ, ਮੁਸਲਿਮ ਧਰਮ 'ਚ, ਜਾਂ ਆਪਾਂ ਸਿੱਖਾਂ ਦੇ ਵੀ ਜਾਈਏ, ਸਾਰਿਆਂ ਦੇ ਕੇਸ ਤੇ ਦਾੜਾ ਹੁੰਦਾ ਸੀ। ਚਲੋ ਨਹੀਂ ਰੱਖਦੇ, ਉਹ ਗੱਲ ਵੱਖਰੀ ਆ, ਪਰ ਪਹਿਲਾਂ ਸਾਰੇ ਜੋ ਵੀ ਹੈਗੇ ਸੀ ਨਾ, ਉਹ ਗੁਰੂ ਮਹਾਰਾਜ ਦਾ ਰੂਪ ਹੀ, ਜਾਂ ਤੁਹਾਡੇ ਵੀ ਨਬੀ ਜਿਹੜੇ ਪਹਿਲੇ ਹੋਏ ਆ, ਸਾਰਿਆਂ ਦੇ ਕੇਸ ਹੁੰਦੇ ਸੀ, ਸਭ ਦੇ ਹੁੰਦੇ ਸੀ। ਪਰ ਹੁਣ ਮੰਨ ਲਓ ਜਿੱਦਾਂ ਅੱਗੇ ਆਪਾਂ ਵਧੀ ਗਏ, ਸਾਰਿਆਂ ਨੇ ਕੇਸ ਕੱਟੇ ਆ। ਠੀਕ ਹੋ ਗਿਆ। ਤੇ ਸਰਦਾਰ ਜੀ, ਹੋਰ ਜਿਹੜੀ ਸਿੱਖ ਮਜ਼ਹਬ ਦੇ ਵਿੱਚ ਕੋਈ ਡਿਫਰੈਂਟ ਚੀਜ਼ ਉਹ ਤੁਸੀਂ ਦੱਸਣਾ ਚਾਹੋ ਤੇ ਸਾਨੂੰ ਸਾਡੀ ਜਾਣਕਾਰੀ ਲਈ ਦੱਸ ਦਿਓ। ਡਿਫਰੈਂਟ ਤੇ ਕੁਛ ਨਹੀਂ, ਬਾਕੀ ਮਹਾਰਾਜ ਨੇ ਇਹੋ ਹੀ ਆਦੇਸ਼ ਦਿੱਤਾ ਆ ਵੀ ਹਰ ਕਿਸੇ ਦੀ ਮਦਦ ਕਰੋ। ਜਿਵੇਂ ਆਪਾਂ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਖੜੇ ਆ, ਇਹਨਾਂ ਦਾ ਹੀ ਆਪਾਂ ਗੱਲ ਕਰ ਲਈਏ। ਇਹਨਾਂ ਪਹਿਲਾਂ ਕਿਹਾ ਕਿ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਹਾਂਜੀ, ਮਤਲਬ ਰੱਬ ਦਾ ਨਾਮ, ਮਿਹਨਤ ਕਰੋ ਤੇ ਜੋ ਵੀ ਤੁਹਾਡੇ ਕੋਲ ਹੈਗਾ ਥੋੜਾ ਬਹੁਤਾ ਵੰਡ ਕੇ ਛਕੋ ਸਾਰਿਆਂ ਨਾਲ। ਮੇਨ ਇਹੀ ਆਪਾਂ ਨੂੰ ਦਿੱਤਾ ਗਿਆ ਸੁਨੇਹਾ। ਠੀਕ ਹੋ ਗਿਆ। ਤੇ ਇਹ ਜਿਹੜੀ ਧਰਤੀ ਆ ਕਰਤਾਰਪੁਰ ਦੀ, ਤੇ ਬਾਬਾ ਗੁਰੂ ਨਾਨਕ ਸਾਹਿਬ ਨੇ ਕਿੰਨੀ ਦੇਰ ਇੱਥੇ ਕਿਆਮ ਕੀਤਾ ਤੇ ਉਹ ਇੱਥੇ ਕੀ ਕਰਦੇ ਰਹੇ ਨੇ? ਇੱਥੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਹੁੰਦੇ ਸੀ ਜੀ। ਤਕਰੀਬਨ ਜਿੰਨੀ ਵੀ ਆ ਜ਼ਮੀਨ ਹੈ ਘੇਰੇ ਗਏ, ਇੱਥੇ ਸਾਰੇ ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ। ਮਤਲਬ ਉਹਨਾਂ ਇਨਸਾਨੀਅਤ ਨੂੰ ਇਹ ਸੁਨੇਹਾ ਦਿੱਤਾ ਆ ਵੀ ਆਪਣੀ ਮਿਹਨਤ ਕਰੋ। ਜਿਵੇਂ ਹੁਣ ਆਪਾਂ ਵੇਖਦੇ ਹਾਂ ਨਾ, ਲੋਕ ਵਿਹਲੇ ਰਹਿੰਦੇ ਆ ਜਾਂ ਠੱਗੀਆਂ ਮਾਰਦੇ ਆ, ਕਿਸੇ ਨੇ ਠੱਗੀ ਮਾਰ ਲਈ, ਖਾ ਲਿਆ, ਫਿਰ ਕਿਸੇ ਨੇ ਠੱਗੀ ਮਾਰ ਲਈ। ਉਹ ਚੀਜ਼ ਨਹੀਂ ਉਹਨਾਂ ਕਿਹਾ, ਉਹਨਾਂ ਹਲ ਚਲਾ ਕੇ ਆਪ ਦੱਸਿਆ, ਨਾ ਕਿ ਅੱਜ ਕੱਲ੍ਹ ਦੇ ਬਾਬਿਆਂ ਵਾਂਗੂ ਬਹਿ ਕੇ ਭਾਸ਼ਣ ਦਿੱਤੇ ਤੇ ਪੈਸਾ ਖਾਦਾ ਲੋਕਾਂ ਦਾ। ਠੀਕ ਹੋ। ਉਹਨਾਂ ਹਲ ਚਲਾਇਆ ਆ, ਹਲ ਚਲਾ ਕੇ ਖੇਤੀ ਕੀਤੀ, ਫਿਰ ਖਾਦਾ ਤੇ ਲੋਕਾਂ ਨੂੰ ਇਹੋ ਸੁਨੇਹਾ ਦਿੱਤਾ ਹੈ। ਠੀਕ ਹੋ ਗਿਆ ਜੀ। ਅੱਛਾ ਸਰਦਾਰ ਜੀ, ਇਹ ਤੁਸੀਂ ਆਪਣਾ ਛੁਰਾ ਵੀ ਲਾਇਆ ਹੁੰਦਾ ਨਾਲ, ਤੇ ਇਹਦਾ ਕੀ? ਛੁਰਾ ਨਹੀਂ ਅਸੀਂ ਕਹਿ ਸਕਦੇ। ਨਹੀਂ, ਮੈਂ ਅਗਰ ਕੋਈ ਗਲਤੀ ਹੋਈ ਮੈਂ ਮਾਫੀ ਚਾਹੁੰਦਾ, ਲੇਕਿਨ ਮੇਰਾ ਕਹਿਣਾ ਕੋਈ ਮਨਫੀ ਮਕਸਦ ਨਹੀਂ ਜੀ। ਇਹ ਸਾਡਾ ਇੱਕ ਸੇਫਟੀ ਵੈਪਨ ਆ ਜੀ। ਜੀ। ਸੇਫਟੀ ਵੈਪਨ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਪਹਿਲਾਂ ਸ੍ਰੀ ਹਰਗੋਬਿੰਦ ਜੀ ਮਹਾਰਾਜ ਜੀ ਨੇ ਇਹ ਮੀਰੀ ਪੀਰੀ ਦੇ 2 ਧਾਰਨਾ ਕਰਵਾਈਆਂ ਸੀ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਅੰਮ੍ਰਿਤਪਾਨ ਕਰਵਾਇਆ, ਜਿਸ ਤੋਂ ਅਸੀਂ ਇੱਕ ਬਣੇ ਆ। ਸਾਡੇ ਇਹ ਕਕਾਰ ਹੁੰਦੇ ਨੇ ਜੀ, ਜਿਵੇਂ ਕੇਸ ਨੇ ਸਾਡੇ ਜੀ ਵਿੱਚ ਕੰਘਾ ਇਹਨਾਂ ਦੇ ਕੇਸਾਂ ਦੇ ਵਿੱਚ। ਫਿਰ ਕਸ਼ਹਿਰਾ ਤੁਹਾਡੇ ਜਿੱਦਾਂ ਨੀਕਰ ਕਹਿੰਦੇ ਨੇ, ਅਸੀਂ ਸਾਡੇ ਜਿਹੜਾ ਡਿਫਰੈਂਟ ਆ, ਇਹ ਕਸ਼ਹਿਰਾ ਕੇਸ ਹੋ ਗਏ ਜੀ, ਕੜਾ ਹੋ ਗਿਆ ਤੇ ਕਿਰਪਾਨ ਹੋ ਗਈ ਜੀ। ਘਰੇ ਨੂੰ ਵੀ ਕੋਈ ਹੋਰ ਲਫ਼ਜ਼ ਇਸਤੇਮਾਲ ਹੁੰਦਾ ਇਹਦੇ ਲਈ? ਕੜੇ ਨੂੰ ਕੜਾ ਹੀ ਕਹਿੰਦੇ ਨੇ। ਕੜੇ ਨੂੰ ਕੜਾ ਹੀ ਕਹਿੰਦੇ ਨੇ। ਠੀਕ ਹੋ ਗਿਆ ਜੀ। ਇਹ ਤੁਹਾਡੇ ਮਜ਼ਹਬ ਦੀ ਪਹਿਚਾਣ ਹੈ, ਇਹ ਚੀਜ਼ਾਂ ਪਹਿਚਾਣ ਆ ਜੀ। ਜਿਵੇਂ ਹੁਣ ਸਾਬਤ ਸੂਰਤ ਆ, ਅਸੀਂ ਦਾੜੀ ਕਟਵਾ ਨਹੀਂ ਸਕਦੇ, ਡਾਈ ਨਹੀਂ ਕਰ ਸਕਦੇ ਇਹਨੂੰ ਜੀ। ਜਿੱਥੇ ਜੋ ਪ੍ਰਮਾਤਮਾ ਦੀ ਇੱਕ ਜੋ ਅਕਾਲ ਮੂਰਤ ਆ, ਵਾਹਿਗੁਰੂ ਤਾਂ, ਫਿਰ ਵੀ ਜੇ ਅਸੀਂ ਇਹਨੂੰ ਫੀਲ ਕਰੀਏ ਜੋ ਸਾਡੇ ਧਰਮ ਦੇ ਮੁਤਾਬਕ ਜਾਂ ਸਾਡੇ ਮੁਤਾਬਕ ਆ, ਉਹ ਸਾਬਤ ਸੂਰਤ ਆ। ਸਾਬਤ ਸੂਰਤ ਮਤਲਬ ਵੀ ਵਾਹਿਗੁਰੂ ਦਾ ਜਿਵੇਂ ਜਿੱਦਾਂ ਭੇਜਿਆ, ਹੁਣ ਸਾਨੂੰ ਜਿੱਦਾਂ ਵਾਹਿਗੁਰੂ ਨੇ ਭੇਜਿਆ, ਸਾਡਾ ਉੱਥੇ ਹੀ ਵਾਲ ਆ ਜੀ। ਉਹ ਵਾਈਟ ਹੋਵੇ ਭਾਵੇਂ ਬਲੈਕ, ਬਲੇਡ ਅਸੀਂ ਕਟਿੰਗ ਜਾਂ ਕੈਂਚੀ ਸੀਜ਼ਰ ਕੁਝ ਵੀ ਨਹੀਂ ਅਸੀਂ ਲਾ ਸਕਦੇ ਨਹੀਂ। ਠੀਕ ਹੋ ਗਿਆ। ਸਰਦਾਰ ਜੀ, ਸਿੱਖ ਕਿੰਨੇ ਕੀ ਤਾਦਾਦ 'ਚ ਹੋਣਗੇ ਦੁਨੀਆ ਦੇ ਵਿੱਚ ਜਿਹੜੇ ਇਸ ਮਜ਼ਹਬ ਤੋਂ ਤਾਲੁਕ ਰੱਖਦੇ ਨੇ? ਦੇਖੋ ਜੀ, ਇੰਡੀਆ ਦੇ ਵਿੱਚ ਜੇ ਦੇਖਿਆ ਜਾਵੇ ਸਾਨੂੰ 2% ਦੀ ਗਿਣਤੀ 'ਚ ਰੱਖਿਆ ਜਾਂਦਾ। ਓਵਰਆਲ ਆਬਾਦੀ ਹੈ ਨਾ, ਓਵਰਆਲ ਜਿਹੜੀ ਪਾਪੂਲੇਸ਼ਨ ਆਫ ਇੰਡੀਆ ਦੀ ਪਾਪੂਲੇਸ਼ਨ ਆ, ਉਹਦੇ ਵਿੱਚ ਸਾਨੂੰ 2% ਗਿਣਿਆ ਜਾਂਦਾ। ਬਟ ਜੇ ਤੁਸੀਂ ਲੱਖਾਂ ਦੀ ਤਾਦਾਦ 'ਚ ਗਿਣੋਗੇ ਤਾਂ ਇਹਨਾਂ ਦਾ 60-70 ਲੱਖ ਇੰਡੀਆ ਦੇ ਵਿੱਚ ਟੋਟਲ ਸਿੱਖ ਆ ਜੀ। ਪੰਜਾਬ ਆ ਤਾਂ ਓਵਰਆਲ ਹੈ ਹੀ ਸਿੱਖ ਆ ਜੀ। ਪੰਜਾਬ, ਮੋਹਾਲੀ, ਚੰਡੀਗੜ੍ਹ। ਮੈਂ ਪੰਜਾਬ ਪਾਕਿਸਤਾਨ ਦਾ, ਲੇਕਿਨ ਮੈਨੂੰ ਇੰਨਾ ਨਹੀਂ ਪਤਾ ਕਿ ਸਾਡੇ ਸਿੱਖ ਭਰਾ ਕਿੰਨੀ ਤਾਦਾਦ 'ਚ ਨੇ। ਤੇ ਤੁਹਾਨੂੰ ਇਲਮ 'ਚ ਤੇ ਹੋਏਗਾ ਕਿ ਸਿੱਖ ਭਰਾ ਕਿੰਨੀ ਤਾਦਾਦ 'ਚ ਹੋਣਗੇ ਪੰਜਾਬ 'ਚ, ਤੇ ਓਵਰਆਲ ਦੁਨੀਆ ਦੇ ਵਿੱਚ ਕਿੰਨੀ ਤਾਦਾਦ 'ਚ ਹੋਣਗੇ? ਤੁਹਾਡੇ ਤਾਂ ਮਾਈਨਸ ਵਿੱਚ ਜਾ ਰਹੇ ਨੇ ਜੋ ਪਾਕਿਸਤਾਨ, ਪੰਜਾਬ 'ਚ ਨੇ। ਜਾਂ ਅਸੀਂ ਹੁਣ YouTube ਤੇ ਜਾਂ ਚੈਨਲਾਂ ਤੇ ਦੇਖਦੇ ਹਾਂ,
ਉਹ ਤਾਂ ਪੁਆਇੰਟਾਂ 'ਚ ਜਾ ਰਹੇ ਨੇ ਜੀ, ਪੁਆਇੰਟ 30%, ਪੁਆਇੰਟ 50%, ਪੁਆਇੰਟ 85%। ਓਵਰਆਲ ਦੁਨੀਆ ਦੇ ਓਵਰਆਲ ਪਾਕਿਸਤਾਨ ਦੀ ਪਾਪੂਲੇਸ਼ਨ ਦੇ ਅਕੋਰਡਿੰਗ ਜੇ ਦੇਖਿਆ ਜਾਵੇ 100% 100% ਦੇ ਵਿੱਚੋਂ ਪੁਆਇੰਟ 30% ਸਿੱਖ ਨੇ ਜੀ। ਠੀਕ ਹੈ। ਤੇ ਓਵਰਆਲ ਕੈਨੇਡਾ ਦੇ ਵਿੱਚ, ਅਮਰੀਕਾ, ਆਸਟ੍ਰੇਲੀਆ, ਉਹ ਸਾਰੇ ਉਹ ਜੇ ਮਿਲਾਈਏ ਉਹਨਾਂ ਦੀ ਤਾਦਾਦ ਵੱਧ ਜਾਂਦੀ ਹੈ ਜੀ, ਵੱਧ ਜਾਂਦੀ ਹੈ। ਕਿਉਂਕਿ ਉਹ ਹੁਣ ਸ਼੍ਰੀਲੰਕਾ ਸਾਡੇ ਤੋਂ, ਉਹ ਤੁਹਾਡੇ ਪਾਕਿਸਤਾਨ ਤੋਂ ਵੱਖਰਾ ਹੋਇਆ, ਪਰ ਉੱਥੇ ਸਿੱਖੀਜ਼ਮ ਹੈਗਾ। ਅਫਗਾਨਿਸਤਾਨ ਅਫਗਾਨੀ ਸਿੱਖ ਨੇ, ਉਹ ਸਿੱਖ ਹੈਗੇ ਨੇ ਜੀ। ਆਪਣੇ ਬਿਲਕੁਲ ਪਾਕਿਸਤਾਨ ਦੇ ਵਿੱਚ ਸਿੱਖ ਹੈਗੇ ਨੇ, ਇੰਡੀਆ 'ਚ ਸਿੱਖ ਹੈਗੇ ਨੇ ਸਾਡੇ ਨਾਲ। ਜਿਵੇਂ ਹੁਣ ਇੰਡੀਆ ਦੇ ਵਿੱਚ ਨਾਲ ਲਾ ਲਓ ਵੀ ਤੁਹਾਡੀ ਚਾਈਨਾ ਵਾ, ਚਾਈਨਾ ਦੇ ਵਿੱਚ ਇੱਧਰੋਂ ਜਿਹੜੇ ਹੁਣ ਮਾਈਗ੍ਰੇਟ ਵੀ ਹੋਏ ਹੋਏ ਨੇ ਕਈ, ਉਹ ਵੀ ਸਿੱਖ ਹੈਗੇ ਨੇ ਜੀ ਨਾ। ਤੇ ਸਰਦਾਰ ਜੀ, ਆਖਰੀ ਸਵਾਲ ਤੁਹਾਡੇ ਕੋਲ ਹੈਗਾ, ਜਦੋਂ ਇਹ ਲਾਂਘਾ ਖੁੱਲਿਆ ਨਹੀਂ ਸੀ ਤੇ ਕਿੰਨੀ ਮਤਲਬ ਪੇਨ ਹੁੰਦੀ ਰਹੀ ਹੈ, ਤਕਲੀਫ ਹੁੰਦੀ ਰਹੀ ਹੈ ਕਿ ਅਸੀਂ ਜਾ ਕੇ ਬਾਬੇ ਦੇ ਮੱਥਾ ਟੇਕੀਏ, ਤੇ ਇਮਰਾਨ ਖਾਨ ਸਾਹਿਬ ਨੇ ਜਿਹੜਾ ਇਨੀਸ਼ੀਏਟਿਵ ਲਿਆ, ਕੀ ਕਮੈਂਟ ਕਰੋਗੇ ਇਹਦੇ ਬਾਰੇ? ਸਭ ਤੋਂ ਪਹਿਲਾਂ ਤਾਂ ਮੈਂ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ, ਕਿਉਂਕਿ ਮੈਂ ਇੱਕ ਜੇ ਤੁਹਾਨੂੰ ਹਕੀਕਤ 'ਚ ਦੱਸਾਂ, ਮੈਂ ਇਹ ਚੀਜ਼ 'ਚ ਇੰਟਰਸਟ ਰੱਖਦਾ ਵੀ ਜਿਵੇਂ ਇੱਧਰ ਜਦੋਂ 1947 ਦੀ ਮਾਈਗ੍ਰੇਸ਼ਨ ਜਾਂ ਡਿਵਾਈਡੇਸ਼ਨ ਹੋਈ ਸੀਗੀ, ਤਾਂ ਉਦੋਂ ਜਿਹੜੇ ਲੋਕ ਸਾਡੇ ਪਿੰਡਾਂ ਦੇ ਸੀਗੇ, ਹੁਣ ਜਿਹੜੇ ਵੀਰ ਜੀ ਨੇ ਸਾਡੇ ਪਿੰਡ ਤੋਂ ਨੇ, ਜੋ ਹਾਲਾਂਕਿ ਚੱਕ ਸਰਾਏ ਪਿੰਡ ਤੋਂ ਨੇ, ਚੱਕ ਸਰਾਏ ਜ਼ਿਲ੍ਹਾ ਲੁਧਿਆਣਾ, ਨੀਅਰ ਦਰਾਹਾ, ਚੱਕ ਜਟਾਣਾ ਵੀ ਕਹਿੰਦੇ ਨੇ। ਅਸੀਂ ਅੱਜ 5-6 ਸਾਲਾਂ ਦੇ ਵਿੱਚ, ਕਰੋਨਾ ਦੇ ਵਿੱਚ ਅਸੀਂ ਵੀਡੀਓ YouTube ਫ੍ਰੀ ਸੀਗੇ ਇੰਡੀਆ 'ਚ, ਤਾਂ YouTube 'ਤੇ ਵੀਡੀਓ ਦੇਖਦੇ ਸੀ, ਕੰਟੈਕਟ ਨੰਬਰ ਲੈਤਾ, ਮਿਲ ਗਏ, ਅਤੇ ਅੱਜ ਵਾਹਿਗੁਰੂ ਦੀ, ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਇੱਥੇ ਅੱਜ ਮਿਲਾਨ ਵੀ ਹੋ ਗਿਆ। ਜੇ ਤੁਸੀਂ ਗੱਲ ਕਰੋ ਲਾਂਘਾ ਹੈ ਨਹੀਂ ਸੀ, ਤਾਂ ਪੀੜ ਇੱਕ ਹੁੰਦੀ ਆ, ਕਿਉਂਕਿ ਮੇਰੇ ਜਿਹੜੇ ਦਾਦਾ ਜੀ ਪੜਦਾਦਾ ਜੀ ਸੀ, ਉਹ ਇੰਡੀਆ ਦੇ ਸ਼ਾਹੂਕਾਰ ਸੀਗੇ ਜੀ। ਉਹਨਾਂ ਦੀਆਂ ਮੇਰੇ ਕੋਲ ਕੁਛ ਕੁ ਮੈਂ ਰਾਤ ਫੋਟੋ ਖਿੱਚੀਆਂ ਸੀ। ਹੁਣ ਸਾਨੂੰ ਪਤਾ ਨਹੀਂ ਵੀ ਉਰਦੂ 'ਚ ਕੀ ਲਿਖਿਆ ਆ, ਅਤੇ ਹੁਣ ਅਸੀਂ ਪੰਜਾਬੀ ਜਾਣਦੇ ਹਾਂ, ਇੰਗਲਿਸ਼ ਜਾਣਦੇ ਹਾਂ, ਹਿੰਦੀ ਜਾਣਦੇ ਹਾਂ, ਸਾਨੂੰ ਉਰਦੂ ਨਹੀਂ ਆਉਂਦੀ ਹੈਗੀ। ਅਸੀਂ ਉਹ ਦੱਸਦੇ ਹੁੰਦੇ ਸੀ, ਮੇਰੇ ਦਾਦਾ ਜੀ, ਮੇਰੇ ਡੈਡੀ ਹੁਣ ਦੱਸਦੇ ਵੀ ਪਾਕਿਸਤਾਨ 'ਚ 1947 'ਚ ਹੱਲੇ ਪਏ ਨੇ, ਸਾਡੇ ਹੱਲੇ ਕਹਿੰਦੇ ਨੇ ਜੀ, ਵੀ ਮੇਰੇ ਤੋਂ ਕੋਈ 2 ਰੁਪਏ, ਕੋਈ 50 ਰੁਪਏ, ਕੋਈ 10 ਰੁਪਏ ਸਾਤੋਂ ਉੱਧਰ ਲੈ ਕੇ ਗਏ ਸੀਗੇ। ਉਹਨਾਂ ਦਾ ਬਕਾਇਦਾ ਮੇਰੇ ਕੋਲ ਪ੍ਰੂਫ ਵੀ ਹੈਗਾ। ਪ੍ਰੂਫ ਮੈਂ ਲੇਟੈਸਟ ਰਾਤ ਹੀ ਉਹਦੀਆਂ ਕਲਿੱਪਾਂ ਲੈਤੀਆਂ ਸੀਗੀਆਂ, ਅਤੇ ਹੁਣ ਸਾਨੂੰ ਪਤਾ ਨਹੀਂ, ਇਹਨਾਂ ਨੂੰ ਹੁਣ ਪੜ੍ਹਾਵਾਂਗੇ ਵੀ ਇਹ ਕੀ ਸੀਗਾ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡੇ ਇੱਕ ਧਾਰਮਿਕ ਸਥਾਨ 'ਤੇ, ਸਾਡੇ ਜਿੱਥੋਂ ਸਾਡਾ ਸਿੱਖ ਧਰਮ ਸ਼ੁਰੂ ਹੋਇਆ, ਅਸੀਂ ਜਦੋਂ ਉਹਦੀ ਧਰਤੀ 'ਤੇ ਆ ਗਏ ਤਾਂ ਇਹਦੇ ਉੱਪਰ 'ਚ ਹੈ ਕੀ ਹੈ। ਕੀ ਬਾत है, क्या बहुत शुक्रिया जी थोड़े टाइम ली। ये तो नाजरीन, आपने इंटरव्यू मुलाहिजा किया, कमेंट सेक्शन में अपनी राय का इजहार कीजिएगा और इस इंटरव्यू को मैक्सिमम टाइम शेयर कीजिएगा। हमें दीजिए इजाज़त, अल्लाह ने के बाद।